अस्सलामुअलैकुम जी। सियाने आंदे ने जिन्हों आखे रब ना मारे वो नहीं मरदा। गल करिए अगर असी चावलों की फसल की ते इस वक्त तकरीबन पंजाब दे विच 6 लाख एकड़ जड़ी है ना फसल चावलों की मुतासर हुई है, खराब हो गई है। ते पंजाब दे तकरीबन 28 अजला सन जिन्हां दे विच नुकसान होया। अगर इन्ना नुकसान हो गया, इन्ना सब कुछ होने के बावजूद साडे जेह्ड़े किसान भाई ने वो फिर भी परेशानी का सामना करते पे ने। उनकी वजह की है कि साडे जेह्ड़े मुकामी शैलरां वाले ने या आड़ती साहबान ने उन्हें आपस दे विच मिली भगत कर ली, आपस दे विच उन्हें बह ते एक मीटिंग कर ली है कि किसान भाइयों की किस तरह खल लावनी। मेरे किसान भाइयों इस साल तकरीबन सैलाब आवन दे नाल जेह्ड़े जिन्ने नारोबाज सियालकोट मंडी मुरीद के आले पासे या दरियाए सतलुज दा बेल्ट वेख लीए, दरिया रावी वाला तकरीबन जिन्ने भी बेल्ट सन सारे तबाह हो गए ने। ते उनदे नाल जिन्नी 6 लाख एकड़ जेह्ड़ा नुकसान हो गया है, 6 लाख एकड़ फसल का जेह्ड़ा नुकसान होया है, इन्ना नुकसान का तो खमाजा नहीं भुगता जाता। ये तो चावल का रेट बड़ा वाजह नजर आना सी तेज है, लेकिन की वजह बनी खली है ये इन्हां दी आपस दी मिली भगत है। अगर असी मैं एक शैलर वाले नाल राबता किया, मैं क्या भी ये यार इन्ना तुसी क्यों नुकसान तकरीबन 2-3 दिनों के विच रेट जेड़ा 300-400 रुपया थले आ गया। जेह्ड़े 1509 की अगर असी गल करिए, 1509 जेड़ा है वो 52-54-55-55 तक विकदा पिया सी, वो हुण 45-46 ते आ गया जी। अगर असी हाईब्रिड डी 6 की गल करिए तो वो तकरीबन 2900 रुपये तो मार्केट गई चली सी, हुण वो भी 21-22 रुपये ते आ गया जी। अगर असी गल करिए इरी फैन की सुपरी जिन्हों असी सदने हैं, सुपरी की गल करिए तो वो तकरीबन 4000 तो वापस वो भी 32-33 रुपए ते आ गई। इन्ना को नुकसान हो गया है, वापस मार्केट वापस आ गई है। हुण इहदे विच अगर गल करिए इहो ही चावल की फसल है, इहो मुंजी है जिहड़ी किसानां दे कोल है। अगर थोड़ी देर बाद ये मुंजी किसानां दे हत्थ दे विचों निकल जावेगी, ये स्टाकिया दे हत्थ दे विच आ जाएगी। ਜਦੋਂ ਇਹਨੇ ਸਟਾਕੀਏ ਦੇ ਹੱਥ ਦੇ ਵਿੱਚ ਆਉਣਾ, ਮਾਫੀਆ ਦੇ ਹੱਥ ਦੇ ਵਿੱਚ ਆਵੇਗੀ, ਉਦੋਂ ਇਹਨੂੰ ਪਰ ਲੱਗ ਜਾਂਦੇ, ਇਹਦਾ ਰੇਟ ਉਦਾਂ ਚਲਾ ਜਾਵੇਗਾ। ਰੇਟ ਜਦੋਂ ਕਿਸਾਨ ਨੂੰ ਨਹੀਂ ਮਿਲਣਾ ਤੇ ਕਿਸਾਨ ਨੂੰ ਤਾਂ ਇਹਦਾ ਕੋਈ ਫਾਇਦਾ ਨਹੀਂ ਹੋਇਆ। ਮਾਫੀਆ ਅੱਗੇ ਵੀ ਸਟਰੋਂਗ ਹੈ, ਮਾਫੀਆ ਮੁੜ ਵੀ ਸਟਰੋਂਗ ਹੋਵੇਗਾ। ਕਿਸਾਨ ਨੂੰ ਫਾਇਦਾ ਹੋਣਾ ਚਾਹੀਦਾ ਇਹਦਾ। ਮੈਂ ਆਪਦੇ ਕਿਸਾਨ ਭਾਈਆਂ ਨੂੰ ਵੀ ਇਹ ਰਿਕੁਐਸਟ ਕਰਾਂਗਾ ਕਿ ਜਿਹੜਾ ਤੁਸੀਂ ਇਹ ਨਾ ਅਗਰ ਮੁੰਜੀ ਇਹਦੀ ਕਟਾਈ ਕਰਦੇ ਪੈ ਜੇ ਨਾ ਮੁੰਜੀ ਦੀ, ਤੇ ਇਹਦੀ ਕਟਾਈ ਕਰੋ, ਇਹਨੂੰ ਪਕਾ ਤੇ ਕੱਟੋ। ਸ਼ੈਲਰਾਂ ਵਾਲਿਆਂ ਨਾਲ ਵੀ ਰਾਬਤਾ ਹੈ, ਉਹ ਵੀ ਆਂਦੇ ਨੇ ਜੀ ਹਰਾ ਮਾਲ ਬੜਾ ਆਉਂਦਾ ਜੀ, ਸਾਡਾ ਚਾਵਲ ਪੂਰਾ ਨਹੀਂ ਨਿਕਲਦਾ ਪਿਆ, ਜਿਸ ਵਜ੍ਹਾ ਤੋਂ ਅਸੀਂ ਜਿਹੜਾ ਨਾ ਰੇਟ ਕੰਮ ਕਰਦੇ ਪਏ। ਪਹਿਲੇ ਤੇ ਮੈਂ ਆਪਦੇ ਕਿਸਾਨ ਭਾਈਆਂ ਨੂੰ ਇਹ ਆਖਾਂਦਾ ਵੀ ਤੁਸੀਂ ਆਪਦੀ ਫਸਲ ਨੂੰ ਪਕਾ ਤੇ ਫਿਰ ਕਾਸ਼ਤ ਕਰੋ, ਫਿਰ ਇਹਨੂੰ ਕਟਾਈ ਕਰੋ, ਤਾਂ ਕਿ ਜਿਹੜਾ ਨਾ ਇਹਦਾ ਨੁਕਸਾਨ ਨਾ ਹੋਵੇ। ਇਹਦਾ ਨੁਕਸਾਨ ਤੁਹਾਨੂੰ ਵੀ ਹੁੰਦਾ, ਜਿਹੜੀ ਪੋੜ ਬਣ ਜਾਂਦੀ ਹੈ ਜਾਂ ਜਿਹੜਾ ਹਰਾ ਦਾਣਾ ਹੁੰਦਾ ਹੈ ਉਹਦਾ ਵਜ਼ਨ ਘਟ ਜਾਂਦਾ ਹੈ। ਫਸਲ ਪੱਕ ਤੇ ਤਿਆਰ ਹੋ ਜਾਵੇ ਸੋਨੇ ਰੰਗੀ, ਮੁੜ ਤੁਸੀਂ ਰੇਟ ਆਪਦੀ ਮਰਜ਼ੀ ਦਾ ਲੈ ਲਓ। ਤੇ ਇਹ ਉਹਨਾਂ ਦਾ ਵੀ ਸ਼ਿਕਵਾ ਜਾਇਜ਼ ਹੈ। ਤੇ ਦੂਸਰੀ ਗੱਲ ਇਹ ਵੀ ਇਹ ਉਹਨਾਂ ਦੀ ਆਪ ਵਿੱਚ ਜਿਵੇਂ ਅੱਗੇ ਮੱਕੀ ਤੋਂ ਇਹਨਾਂ ਸਾਰੇ ਆੜਤੀਆਂ ਨੇ ਮਿਲੀ ਭਗਤ ਕੀਤੀ, ਇਹਨਾਂ ਬਹਿ ਤੇ ਆਖਿਆ ਜੀ ਹੁਣ ਬਾਰਿਸ਼ਾਂ ਆ ਗਈਆਂ, ਆਪਾਂ ਇਹ ਤੋਂ ਬਾਅਦ ਰੇਟ ਨਹੀਂ ਲਾਣਾ। ਉਹ ਇਹਨਾਂ ਸਾਡੇ ਕਿਸਾਨ ਭਾਈਆਂ ਤੋਂ ਤਾਂ ਲੱਲੀ ਸਾਰੀ 1500 1600 1700 ਨੂੰ, ਲੇਕਿਨ ਇਹਨਾਂ ਮੱਕੀ ਜਦੋਂ ਫਿਰ ਇਹਨਾਂ ਦੀ ਵਾਰੀ ਆ ਗਈ, ਇਹਨਾਂ ਸਟਾਕ ਕੀਤੀ ਸਟਾਕੀਆਂ ਨੇ, ਉਹ 45-4600 ਨੂੰ। ਜਿਹਨੇ 1 ਲੱਖ ਰੁਪਏ ਦੀ ਫਸਲ ਲੈ ਰੱਖੀ ਸੀ ਉਹਦੀ 3 ਲੱਖ ਰੁਪਏ ਦੀ ਹੋ ਗਈ। ਫਾਇਦਾ ਕੌਣ ਚਾਹ ਗਿਆ? ਕਿਸਾਨ ਨੇ ਫਾਇਦਾ ਨਹੀਂ ਚਾਹਿਆ, ਫਾਇਦਾ ਇਹਨਾਂ ਸਟਾਕੀਆਂ ਨੇ, ਇਹਨਾਂ ਮਾਫੀਆ ਨੇ ਚਾਹਿਆ। ਕਿਸਾਨ ਵਿਚਾਰਾ ਤਾਂ ਰਹਿ ਗਿਆ ਆਪਦੀਆਂ ਮਜਬੂਰੀਆਂ ਦੇ ਵਿੱਚ ਜਕੜਿਆ ਹੋਇਆ ਸੀ ਪਹਿਲੇ ਹੀ। ਇਸੇ ਤਰ੍ਹਾਂ ਹੁਣ ਇਹਨਾਂ ਚਾਵਲ ਤੇ ਚਾਵਲ ਦਾ ਬਹੁਤ ਜ਼ਿਆਦਾ ਮਾਰਕੀਟ ਕਮਜ਼ੋਰ ਹੈ, ਚਾਵਲ ਬਹੁਤ ਜ਼ਿਆਦਾ ਸ਼ਾਰਟੇਜ ਹੈ ਮਾਰਕੀਟ ਦੇ ਵਿੱਚ ਆਉਣ ਵਾਲੇ ਵਕਤ ਵਿੱਚ। ਤੇ ਆਪਦੇ ਮੁੰਜੀ ਨੂੰ ਬਿਲਕੁਲ ਚੰਗੀ ਤਰ੍ਹਾਂ ਪਕਾਈ ਕਰੋ, ਇਹਨੂੰ ਚੰਗੀ ਤਰ੍ਹਾਂ ਪੱਕ ਤੇ ਫਿਰ ਇਹਦੀ ਕਟਾਈ ਕਰੋ। ਤੇ ਕਾਹਲੇ ਨਹੀਂ ਪੈਣਾ, ਇਹਨਾਂ ਮਾਫੀਆ ਦੀ ਚਾਲ ਦੇ ਵਿੱਚ ਨਹੀਂ ਆਉਣਾ। ਜਿਸ ਤੱਕ ਤਰ੍ਹਾਂ ਹੋ ਸਕੇ ਇਹਨੂੰ ਚਾਵਲ ਨੂੰ ਆਰਾਮ ਦੇ ਨਾਲ ਵੇਚੋ, ਆਪਦਾ ਭਾਵੇਂ ਕੋਈ ਢੋਰ ਡੰਗਰ ਵੇਚੋ ਜਾਂ ਉਹਦੇ ਨਾਲ ਆਪਦਾ ਇੱਕ ਵਾਰੀ ਵੇਲਾ ਸਾਰ ਲਓ,
ਲੇਕਿਨ ਇਸ ਮਾਫੀਆ ਦੀ ਚਾਲ ਨੂੰ ਨਾਕਾਮ ਬਣਾ ਦਿਓ। ਇਹੀਓ ਚਾਵਲ ਜਿਹੜਾ ਅੱਜ ਸਾਡੇ ਕੋਲ ਲੈਂਦੇ ਪਏ ਨੇ 4000 4100 ਨੂੰ 4200 ਨੂੰ, ਇਹੀਓ ਚਾਵਲ ਤੁਸੀਂ ਵੇਖਿਆ ਜੇ 7-8000 ਦਾ ਪੜ ਜਾਣਾ। ਕੀ ਹੋਇਆ ਹੁਣ ਕਿਸਾਨਾਂ ਕੋਲ ਜਿਹੜੀ ਸ਼ਾਇਦ ਕਿਸਾਨਾਂ ਕੋਲ ਉਹਦਾ ਸਾਈਂ ਖਸਮ ਕੋ ਨਹੀਂ ਹੈਗਾ, ਤੇ ਜਿਹੜੀ ਸ਼ਾਇਦ ਸਾਡੇ ਕਿਸਾਨਾਂ ਦੇ ਹੱਥੋਂ ਨਿਕਲ ਗਈ ਉਹਦੇ ਮੁੜ ਪਰ ਲੱਗ ਜਾਣਾ ਰੇਟ ਦੇ, ਉਹਦਾ ਸਾਰਾ ਕੁਝ ਹੀ ਬਣ ਜਾਂਦਾ। ਤੇ ਮੈਂ ਆਪਦੇ ਕਿਸਾਨ ਭਾਈਆਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਜਿਹੜੀ ਇਹ ਆੜਤੀ ਸਾਹਿਬਾਨ ਨੇ ਜਾਂ ਮਿਲ ਕਾਨ ਨੇ ਜਾਂ ਇਹ ਜਿਹੜੇ ਸ਼ੈਲਰਾਂ ਵਾਲੇ ਮਾਲਕ ਨੇ ਹਜ਼ਰਾਤ ਨੇ, ਇਹਨਾਂ ਦੀ ਜਿਹੜੀ ਇਹ ਚਾਲ ਹੈ ਇਹਨੂੰ ਨਾਕਾਮ ਬਣਾਓ। ਆਪਦਾ ਕੋਈ ਢੋਰ ਡੰਗਰ ਵੇਚੋ ਜਾਂ ਜੋ ਕੁਝ ਵੀ ਹੁੰਦਾ ਜਿਸ ਤਰ੍ਹਾਂ ਵੀ ਹੁੰਦਾ ਹੈ ਐਡਜਸਟਮੈਂਟ ਕਰੋ, ਆਪਦੀ ਵਾਹੀ ਕੱਢੋ। ਤੇ ਇਹ ਜਿਹੜਾ ਨਾ ਇਹਨਾਂ ਮਾਫੀਆ ਤੇ ਇਹਨਾਂ ਜਿਹੜੇ ਸਟਾਕੀਏ ਬੈਠੇ ਨੇ ਇਹਨਾਂ ਦੀ ਚਾਲ ਨੂੰ ਨਾਕਾਮ ਬਣਾਓ। ਆਪਦੀ ਫਸਲ ਦਾ ਰੇਟ ਆਪ ਖੁਦ ਲਓ। ਤੁਸੀਂ ਇਹਦੇ ਤੇ ਮਿਹਨਤ ਕੀਤੀ 5-6 ਮਹੀਨੇ, ਇਹਦੇ ਤੇ ਮਿਹਨਤ ਕੀਤੀ, ਉਹਨਾਂ ਦਾ ਫਾਇਦਾ ਕੋਈ ਹੋਰ ਚਾਹਵੇ ਤੇ ਕਿਸਾਨ ਨੂੰ ਅਗਰ ਫਾਇਦਾ ਨਾ ਹੋਵੇ ਫਿਰ ਸਾਡੇ ਮੁਲਕ ਦਾ ਕਿਸਾਨ ਖੁਸ਼ਹਾਲ ਨਹੀਂ ਹੋ ਸਕਦਾ। ਅਗਰ ਸਾਡੇ ਮੁਲਕ ਦਾ ਕਿਸਾਨ ਖੁਸ਼ਹਾਲ ਨਹੀਂ ਹੋਵੇ ਤਾਂ ਸਾਡਾ ਮੁਲਕ ਪਾਕਿਸਤਾਨ ਖੁਸ਼ਹਾਲ ਨਹੀਂ ਹੋ ਸਕਦਾ। ਇਸ ਵਕਤ ਦਾ ਚਾਹੀਦਾ ਹੈ ਕਿ ਆਪਦੇ ਕਿਸਾਨ ਮੁਲਕ ਦੇ ਕਿਸਾਨਾਂ ਨੂੰ ਫੁੱਲ ਰਿਲੀਫ ਦਿਓ ਤਾਂ ਕਿ ਸਾਡੇ ਮੁਲਕ ਦਾ ਕਿਸਾਨ ਖੁਸ਼ਹਾਲ ਹੋ ਜਾਵੇ, ਸਾਡਾ ਮੁਲਕ ਪਾਕਿਸਤਾਨ ਖੁਸ਼ਹਾਲ ਹੋ ਜਾਵੇ। ਇਹ ਪ੍ਰੋਗਰਾਮ ਸਿਟੀ ਪ੍ਰੈਸ ਕਲੱਬ ਰਜਿਸਟਰ ਦੀ ਤਰਫੋਂ ਪੇਸ਼ ਕੀਤਾ ਗਿਆ ਹੈ। ਮਿਲਾਂਗੇ ਕਿਸੇ ਨਵੇਂ ਪ੍ਰੋਗਰਾਮ ਨਾਲ, ਤਬ ਤੱਕ ਵਾਸਤੇ ਅੱਲਾਹ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।